गुण गोबिंद गायो नहीं, जन्म अकारथ कीना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਦੇ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਜੋ ਸ਼ਲੋਕਾਂ ਦੇ ਰੂਪ ਵਿੱਚ ਹੈ, ਉਹਦਾ 37ਵਾਂ 38ਵਾਂ ਤੇ 39ਵਾਂ ਸ਼ਲੋਕ ਦੀ ਵਿਚਾਰ ਕਰਨੀ ਹੈ। 37 38 39 ਸ਼ਲੋਕ ਦੀ ਵਿਚਾਰ ਕਰਨੀ ਹੈ। ਆਓ ਪਹਿਲਾਂ ਸ਼ਲੋਕ ਦਾ ਪਾਠ ਕਰੀਏ ਤੇ ਫਿਰ ਬਾਕੀ ਗਿਆਨੀ ਹਰਵੰਸ਼ ਦੇ ਦਰਸ਼ਨ ਨੇ ਸਟੀਕ ਤੋਂ ਵਿਚਾਰ ਪੜਾਂਗੇ। ਆਓ ਪਹਿਲਾਂ ਪਾਠ। मन माया मैं रम रहो, निश्चित नाहे न मीत, नानक मूर्त चित्र ज्यों, छाड़त नाहे न पीत। पद अर्थ वर्ड मीनिंग्स मह विच, इन, रम रहो रचिया मिचिया खुबिया पिया है, is totally engrossed. निश्चित नाहे न मीत, हे मित्र निकलता नहीं है, oh friend it cannot escape. ਮੂਰਤ ਚਿੱਤਰ ਜਿਉਂ, ਜਿਵੇਂ ਚਿੱਤਰੀ ਹੋਈ ਉਲੀਕੀ ਹੋਈ ਮੂਰਤ, just like the drawing on a wall, it can't leave it. ਛੱਡ ਨਾਹੇ ਨਾ ਪੀਤ, ਕੰਧ ਨੂੰ ਛੱਡਦੀ ਨਹੀਂ ਹੈ, it cannot leave the wall. ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹੇ ਨਾ ਮੀਤ, ਨਾਨਕ ਮੂਰਤ ਚਿੱਤਰ ਜਿਉਂ, ਛਾੜਤ ਨਾਹੇ ਨਾ ਭੀਤ। ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਮਿੱਤਰ, ਤੇਰਾ ਮਨ ਮਾਇਆ ਵਿੱਚ ਖੁੱਭਿਆ ਪਿਆ ਹੈ ਅਤੇ ਮਾਇਆ ਮੋਹ ਦੇ ਚਿੱਕੜ ਚੋਂ ਇਸ ਤਰ੍ਹਾਂ ਨਹੀਂ ਨਿਕਲ ਸਕਦਾ ਜਿਵੇਂ ਕੰਧ ਉੱਤੇ ਚਿੱਤਰ ਉਲਕੀ ਹੋਈ ਮੂਰਤ ਕੰਧ ਨੂੰ ਨਹੀਂ ਛੱਡ ਸਕਦੀ। ਗੁਰੂ ਨਾਨਕ ਅੰਡਰ ਨਾਨਕ ਸੀਓਲ ਗੁਰੂ ਤੇਗ ਬਹਾਦਰ ਜੀ is saying, oh friend, your mind is totally engrossed in Maya. It's totally stuck in like mud, the attachment to Maya, stuck in there in that mud. It cannot escape, just like the picture painted on a wall can't escape the wall. It can't escape the pull of the attachment to Maya. It's totally engrossed in that. Extra discussion, ਸਾਰਥਿਕ ਵਿਚਾਰ। ਇਸ ਸ਼ਲੋਕ ਵਿੱਚ ਮਨ ਨੂੰ ਕੰਧ ਤੇ ਅਲੀਕੇ ਚਿੱਤਰ ਨਾਲ ਤਸ਼ਬੀਹ ਦਿੱਤੀ ਹੈ। In this slok, Guru Sahib is comparing the mind engrossed in Maya to the picture painted on a wall. ਜਿਵੇਂ ਕੰਧ ਤੇ ਉਲੀਕਿਆ ਚਿੱਤਰ ਕੰਧ ਦਾ ਖਹਿਰਾ ਨਹੀਂ ਛੱਡਦਾ, ਤੇ ਮਨੁੱਖੀ ਮਨ ਮਾਇਆ ਵਿੱਚ ਅਜਿਹਾ ਲਪਾਇਮਾਨ ਹੁੰਦਾ ਹੈ, ਕਿਸ ਨਾਲ ਵੱਖਰਾ ਨਹੀਂ ਹੁੰਦਾ। Just like the picture can't leave the wall, in the same way, mind finds it difficult to escape the pull of Maya. It's totally engrossed in it. ਗੁਰਬਾਣੀ ਵਿੱਚ ਇਸ ਮਨ ਨੂੰ ਜਿੱਥੇ ਬੜਾ ਸ਼ਕਤੀਸ਼ਾਲੀ ਦੱਸਿਆ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਇਸ ਨੂੰ ਰਾਜਾ ਅਤੇ ਸੁਲਤਾਨ ਵੀ ਕਿਹਾ ਹੈ। ਇਹ ਮਨ ਕਾਸ਼ੀ ਸਭ ਤੀਰਥ ਵੀ ਕਿਹਾ ਹੈ। ਅਜਿਹੀ ਹਾਲਤ ਅਣਜਾਣ ਬਾਲਕ ਵਰਗੀ ਵੀ ਹੈ, ਜਿਸ ਦਾ ਦਿਲ ਪਰਚਾਵਾ ਕੇਵਲ ਚਿੱਤਰ ਮੂਰਤਾਂ ਵੇਖਣਾ ਹੈ। ਗਿਆਨੀ ਜੀ saying that in Gurbani, Guru Sahib and the Bhakt Sahib said that the mind is very, very powerful. Mind's like a king, an emperor, like a holy pilgrimage place, but it's also like a ignorant child, and it looks to make itself happy by looking at photos and other things. So it has many sort of stages, the mind. ਮਾਇਆ ਵਿੱਚ ਖੁੱਭਿਆ ਮਨ ਵਿਕਾਰਾਂ ਤੇ ਵਿਕਾਰੀਆਂ ਨਾਲ ਹੀ ਆਪਣੀ ਗੰਢ ਪਾਉਂਦਾ ਹੈ। The mind that is totally engrossed in Maya only seeks the company of evil people, those that are totally engrossed in Maya themselves. ਗੁਰਬਾਣੀ ਦਾ ਇਹ ਆਦੇਸ਼ ਦਿੰਦੀ ਹੈ, ਗੁਰਬਾਣੀ ਤਾਂ ਇਹ ਆਦੇਸ਼ ਦਿੰਦੀ ਹੈ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਾ ਚਿੱਤਰੇ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਝੇਰਾ, ਤਜ ਚਿੱਤਰੇ ਚਿਤਰਾਖ ਤੇਰਾ। ਮਾਇਆ ਦਾ ਮੁੱਠਾ ਹੋਇਆ ਸਦਾ ਮਾਇਆ ਲਈ ਹੀ ਬਿਲਕਦਾ ਰਹਿੰਦਾ ਹੈ। ਸੁਤ ਸੰਪਰ ਦੇਖ ਇਹੋ ਮਨ ਗਰਬਿਆ, ਰਾਮ ਰਿਦੇ ਤੇ ਖੋਇਆ, ਅਵਰ ਮਰਤ ਮਾਇਆ ਮਨ ਤੋਲੇ, ਤੋ ਭਗਮੁਖ ਜਨਮ ਵਿਗੋਇਆ, ਮਾਇਆ ਮੁੱਠਾ ਚੇਤੇ ਨਾਹੀ, ਭਰਮੇ ਭੂਲਾ ਬਹੁਤੀ ਰਾਹੀ। Please do read this translation of these Gurbani lines on your Gurbani app, like Gurbani Explorer 6 to the Max apps. Now we go to Gurbani Explorer and look at this the academics there. ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹੇ ਨਾ ਮੀਤ, ਨਾਨਕ ਮੂਰਤ ਚਿੱਤਰ ਜਿਉਂ, ਛਾੜਤ ਨਾਹੇ ਨਾ ਭੀਤ। ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹੇ ਨਾ ਮੀਤ,
ਮਨ ਮਾਇਆ ਹੇ ਮਿੱਤਰ ਮਨੁਆ ਧਨ ਦੌਲਤ ਅੰਦਰ ਲੀਨ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ। O friend, the mind is absorbed in riches and it can escape not from it. ਮੈਂ ਵਿੱਚ ਰਮ ਰਹਿਓ ਫਸਿਆ ਹੋਇਆ ਹੈ ਨਾ ਹੀ ਨਹੀਂ ਮੀਤ ਹੈ ਮਿੱਤਰ। ਇਹ ਮਿੱਤਰ ਜਿਹੜਾ ਮਨ ਮਾਇਆ ਦੇ ਮੋਹ 'ਚ ਫਸ ਜਾਂਦਾ ਹੈ ਉਹ ਇਸ ਮੋਹ ਵਿੱਚੋਂ ਆਪਣੇ ਆਪ ਨੂੰ ਨਹੀਂ ਨਿਕਲ ਸਕਦਾ। The mind is absorbed in Maya, it cannot escape it, my friend. ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿ ਨ ਭੀਤ। ਜਿਵੇਂ ਚਿੱਤਰੀ ਹੋਈ ਮੂਰਤ ਕੰਧ ਨੂੰ ਨਹੀਂ ਛੱਡਦੀ, ਦੱਸ ਸ਼ਬਦਾਰਥ ਸਕੋਲਰਸ। ਇਸ ਤਰ੍ਹਾਂ ਕੰਧ ਉਸ ਉੱਤੇ ਖਿੱਚੀ ਹੋਈ ਤਸਵੀਰ ਇਸ ਨੂੰ ਛੱਡ ਨਹੀਂ ਸਕਦੀ ਹੈ ਨਾਨਕ। Just as a picture painted on a wall leaves it not, O ਨਾਨਕ। ਮੂਰਤ ਤਸਵੀਰ ਚਿੱਤਰ ਲਿਖਿਆ ਹੋਇਆ ਰੂਪ ਭੀਤ ਕੰਧ। ਇਹ ਨਾਨਕ ਜਿਵੇਂ ਕੰਧ ਉੱਤੇ ਕਿਸੇ ਮੂਰਤ ਦਾ ਲਿਖਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕਿ ਕੰਧ ਨਾਲ ਚੰਬੜਿਆ ਰਹਿੰਦਾ ਹੈ। ਨਾਨਕ it is like a picture painted on the wall, it cannot leave it. Now we go to Mr. ਗੁਰਮੁਖ ਸਿੰਘ ਜੀ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿ ਨ ਮੀਤ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿ ਨ ਭੀਤ। Nanak, the mind of the modern materialist seems to be so much up in wealth as the painting on the wall. Therefore, his mind could not get rid of the pursuit of material wealth. Now we go to slok 38. 30वां slok. Nar chahat kish aur ki aur pay chitwat reho thgor ਨਾਨਕ ਫਾਂਸੀ ਗਲ ਪਰੀ। Word means ਪਦਾਰਥ ਨਰ ਮਨੁੱਖ human person ਚਾਹਤ ਕੁਛ ਔਰ ਕੁਝ ਹੋਰ ਚਾਹੁੰਦਾ he wants something else ਔਰੇ ਕੀ ਔਰੇ ਪਈ ਹੋਰ ਦੀ ਹੋਰ ਗੱਲ ਹੀ ਬਣ ਗਈ he wanted something else to happen but something else contrary to that happened। ਚਿਤਵਤ ਰਹੋ ਚਿਤਵਤ ਰਿਹਾ he kept thinking about it। ਗੌਰ ਠਗੀਆਂ in how to scam people rob people। ਫਾਂਸੀ ਗਲ ਪਰੀ ਗਲ ਵਿੱਚ ਫਾਹੀ ਪੈ ਗਈ। In all his thinking and his engrossment in Maya, eventually the noose of death came around his neck। हर चाहत किश और की और पई चितवत रहो ठगौर नानक फांसी गल परी। हे भाए मनुख कुछ होर चाਹੁੰਦਾ है पर प्रभु ਦੇ ਭਾਣੇ ਕਰਕੇ ਹੋਰ ਹੀ ਹੋਰ ਗੱਲ ਬਣ ਗਈ। Oh brother, the human person wants something else to happen, but in the will of Supreme Lord Creator Vaheguru, something else happens that he doesn't want to happen। ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਜੀਵ ਠੱਗੀਆਂ ਚਤਵਦਾ ਰਿਹਾ ਜਿਸ ਕਾਰਨ ਇਸ ਦੇ ਗਲ ਵਿੱਚ ਜਮਾਂ ਦੀ ਫਾਹੀ ਆ ਪਈ। ਗੁਰੂ ਤੇਗ ਬਹਾਦਰ ਸਾਹਿਬ is saying that the human being is solely thinking of how to rob people, how to scam people, and in that thinking and wasting his time, his life, in the end the noose of Jama, the cord of death, came around his neck। Extra discussion, ਸਾਰਥਿਕ ਵਿਚਾਰ। ਮਨੁੱਖੀ ਮਨ ਜੋ ਕੁਝ ਕਰਨਾ ਤੇ ਬਣਨਾ ਚਾਹੁੰਦਾ ਹੈ ਉਹ ਕੁਝ ਨਾ ਕਰ ਸਕਦਾ ਹੈ ਨਾ ਬਣ ਸਕਦਾ ਹੈ। ਗੱਲ ਹੋਰ ਦੀ ਹੋਰ ਬਣ ਜਾਂਦੀ ਹੈ। ਜਿਵੇਂ ਬਾਬਾ ਫਰੀਦ ਜੀ ਫਰਮਾਉਂਦੇ ਹਨ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। The human mind wants to do things, he wants to become somebody, but sometimes that doesn't happen, something totally opposite happens। ਮਨ ਦੂਜੇ ਦਾ ਬੁਰਾ ਚਿੱਤਦਾ ਹੈ ਪਰ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ ਪਰ ਕਾ ਬੁਰਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ। The mind thinks of ill of other people, but Guru said don't do that, it's not good for you। ਸੁਲਹੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬੁਰਾ ਚਿੱਤ ਹੋਇਆ ਉਸਦੇ ਮਨ ਦੀ ਚਿਤਵਨੀ ਪੂਰੀ ਨਾ ਹੋਈ ਗੱਲ ਹੋਰ ਦੀ ਹੋਰ ਹੋ ਗਈ। ਸੁਲਹੀ ਖਾਨ was sent by Prithvi Chand to do harm to Guru Arjan Dev Maharaj, our fifth Guru, but Vaheguru in his play did not let that happen and Sulhi had to pay for his sins। Sulhi te narayan rakh Sulhi ka haath kahi na pahunche Sulhi hoye mua na paak। In fact, when he came to Prithvi Chand on his way to Guru Arjan Dev Ji, his history said that his horse sort of moved as he was standing on top of a kiln for making bricks, and with the horse and him they went into the kiln of fire and he burnt in there।
ਮਨੁੱਖ ਹੋਰ ਧਨ ਦੀ ਆਸ ਕਰਦਾ ਹੈ, ਪਰ ਗੱਲ ਅਜਿਹੀ ਬਣ ਜਾਂਦੀ ਹੈ ਕਿ ਪਹਿਲਾ ਧਨ ਵੀ ਉੱਡ ਜਾਂਦਾ ਹੈ। ਮਨੁੱਖ ਧਨਵਾਨ, I mean, we sometimes hanker for more and more wealth, but sometimes we lose what we have as well. ਮਨੁੱਖ ਧਨਵਾਨ ਬਣਨ ਲਈ ਬੜਾ ਮਿਹਨਤ ਕਰਦਾ ਹੈ, ਕਈ ਕਾਂਡਾ ਕਰਦਾ ਹੈ, ਪਰ ਠੱਗੀ ਕਰਨ ਵਾਲੇ ਲੁਟੇਰੇ ਹੋਰ ਢੰਗ ਅਪਣਾ ਲੈਂਦੇ ਹਨ। The human person wants to become wealthy, wants to become rich and all that. It tries many ways, but the scammers and the robbers have very, very different ways of robbing people. ਜੇ ਕੋਈ ਕਿਸੇ ਬੇਗੁਨਾਹ ਨੂੰ ਮਾਰਦਾ ਹੈ ਤਾਂ ਉਸ ਦੀ ਮੌਤ ਉਡੀਕ ਰਹੀ ਹੁੰਦੀ ਹੈ। If somebody kills an innocent person, then his death is also waiting for him. ਜਿਹੜਾ ਕਿਸੇ ਦਾ ਬੁਰਾ ਕਰਦਾ ਹੈ ਉਸ ਦਾ ਵਕਤ ਹੀ ਬੁਰਾ ਹੁੰਦਾ ਹੈ। Somebody that thinks ill of others, usually ill happens to him as well. ਇਸ ਲਈ ਗੁਰੂ ਬਾਬਾ ਜੀ ਦਾ ਉਪਦੇਸ਼ ਹੈ, ਜਿਤ ਕੀਤਾ ਪਾਈਏ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਏ। ਗੁਰਬਾਣੀ ਵਿੱਚ ਜਿਗਿਆਸੂ ਨੂੰ ਕਈ ਉਦਾਹਰਨਾਂ ਦੇ ਕੇ ਸਮਝਾਇਆ, ਜਿਵੇਂ ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਓ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਸਾਓ, ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਰਾਹੋ। Now we go to Gurban Explorer. नर चाहत कुछ और की और भय, चितवत रहो ठगौर, नानक फांसी गल परी। नर चाहत कुछ और की और भय, ਆਦਮੀ ਕੁਝ ਹੋਰ ਚਾਹੁੰਦਾ ਹੈ ਪਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ। ਮਨ seeks something, however something totally different happens. ਔਰ ਕੀ ਔਰ, ਹੋਰ ਦੀ ਹੋਰ। ਮਾਇਆ ਦੇ ਮੋਹ 'ਚ ਫਸ ਕੇ ਮਨੁੱਖ ਪ੍ਰਭੂ ਸਿਮਰਨ ਦੇ ਥਾਂ ਕੁਝ ਹੋਰ ਹੀ ਮਾਇਆ ਮੰਗਦਾ ਰਹਿੰਦਾ ਹੈ, ਪਰ ਕਰਤਾਰ ਦੀ ਰਜ਼ਾ ਵਿੱਚ ਹੋਰ ਦੀ ਹੋਰ ਹੋ ਜਾਂਦੀ ਹੈ। The man wishes for something, but something different happens. ਚਿਤ ਉਤਰਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਉਹ ਉਹਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪਰੰਤੂ ਇਹ ਨਾਨਕ ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ। Oh Nanak, he thinks of deceiving others. However, a halter is put around his neck. ਚਿਤ ਉਤਰਿਓ, ਤੂੰ ਸੋਚਦਾ ਰਿਹਾ ਠਗੌਰ, ਠੱਗ ਮੂਰੀ, ਠੱਗੀ ਬੂਟੀ, ਠੱਗੀਆਂ ਗਲ ਗਲ ਵਿੱਚ ਪਰੀ ਪੈ ਗਈ। ਇਹ ਨਾਨਕ ਮਨੁੱਖ ਹੋਰਨਾਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ ਹੈ, ਉਤੋਂ ਮੌਤ ਦੀ ਫਾਹੀ ਗਲ ਵਿੱਚ ਆ ਪੈਂਦੀ ਹੈ। He plots to deceive others, O Nanak, but he places a noose around his own neck instead. I'm going to Prince Gurmukh Singh Ji. नर चाहत कुछ और की और पही, चितवत रहो ठगौर, नानक फांसी गल परे। Nanak, modern man, according to his own thinking, wanted to become more and more rich and comfortable, but he could never visualize that the way he had adopted would lead him to come and go again and again. Now we go to Slok 39. 39वां श्लोक। जतन बहु सुके किए, दुख को कियो न कोय, कहो नानक सुन रे मना, हर भावे सो होए। पद अर्थ, word meaning जतन, उपराले, efforts, सुख के सुख ਲਈ, for happiness, दुख को दुख दूर ਕਰਨ ਲਈ, to remove suffering, ਕਿਉ ਨਾ ਕੋਏ, did not do any effort for that. ਹਰ ਭਾਵੇ, ਜੋ ਪ੍ਰਭੂ ਨੂੰ ਭਾਉਂਦਾ ਹੈ, whatever will pleases creator ਵਾਹਿਗੁਰੂ, ਸੋ ਉਹ ਹੋਏ, ਉਹ ਹੁੰਦਾ ਹੈ, and that happens. ਯਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕਿਓ ਨ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। हे ਭਾਈ, ਸੁਖ ਪ੍ਰਾਪਤੀ ਲਈ ਮੈਂ ਬਹੁਤ ਉਪਰਾਲੇ ਕੀਤੇ, ਪਰ ਦੁੱਖ ਦੂਰ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਨਾਨਕ ਆਖੇ ਮਨ ਸੁਣ, ਜੋ ਪ੍ਰਭੂ ਨੂੰ ਭਾਉਂਦਾ ਚੰਗਾ ਲੱਗਦਾ ਉਹੀ ਕੁਝ ਹੁੰਦਾ ਹੈ। Oh brother, I made many efforts in trying to get happiness and comfort. I made no efforts to remove my suffering, no efforts whatsoever. And Nanak says, O Guru Tegh Bahar Ji in Nanak seal, O mind, listen. Whatever pleases Supreme Lord Creator Vaheguru, that is what happens. Accept his will. Extra discussion, Sattvic Vichar.
ਇਸ ਸ਼ਲੋਕ ਦਾ ਸਰੂਪ ਵੇਖਣ ਵਿੱਚ ਬੜਾ ਸੌਖਾ ਲੱਗਦਾ ਹੈ, ਪਰ ਇਸ ਦੇ ਵਿੱਚ ਜੋ ਰਾਜ਼ ਹੈ ਉਸ ਦੀ ਸਮਝ ਛੇਤੀ ਨਹੀਂ ਆਉਂਦੀ। ਗਿਆਨੀ ਜੀ saying that it is quite easy to read the slok and think of the meaning, but he said the sort of the deeper meaning of the slok, the understanding that is not easy to understand. ਮਨੁੱਖ ਦੇ ਸੁੱਖ ਲਈ ਯਤਨ ਕਰਨੇ ਤਾਂ ਸਾਰਥਕ ਹਨ, ਪਰ ਦੁੱਖ ਲਈ ਕੋਈ ਕਿਉਂ ਯਤਨ ਕਰੇਗਾ? ਗਿਆਨੀ ਜੀ saying that obviously for a person to work hard to make himself happy and comfortable that is understandable. Why would anybody make any efforts for suffering? ਹਾਂ, ਕੋਈ ਸਿਰ ਫਿਰਿਆ ਪਾਗਲ ਮਨੁੱਖ ਹੋਵੇ, ਉਹ ਬੇਸ਼ੱਕ ਦੁੱਖ ਸੇਣ ਵਾਲੇ ਕੰਮ ਕਰ ਜਾਏ, ਪਰ ਸੂਝਵਾਨ ਮਨੁੱਖ ਸਦਾ ਸੁੱਖ ਲਈ ਯਤਨਸ਼ੀਲ ਹੋਵੇਗਾ। It's a person who's lost his mind might do something like that to get suffering, but no one in his right mind would work to get suffering. They all want comfort and peace and happiness. ਇਸ ਵਿੱਚ ਸੰਦੇਹ ਨਹੀਂ ਕਿ ਮਨੁੱਖ ਦੀ ਰੁਚੀ ਸੁੱਖ ਦੀ ਪ੍ਰਵਿਰਤੀ ਹੀ ਨੂੰ ਲੋਚਦੀ ਹੈ। There's no doubt that the character of the mind is that it wants happiness and peace and comfort, ਪਰ ਇਹ ਜਿਤਨੀ ਸੁੱਖ ਵੱਲ ਦੌੜਦੀ ਭੱਜਦੀ ਹੈ ਉਤਨਾ ਦੁੱਖ ਨੂੰ ਦੂਰ ਕਰਨ ਲਈ ਉਪਰਾਲਾ ਨਹੀਂ ਕਰਦੀ। The amount of efforts it makes to get that comfort, it doesn't make the same amount of effort to avoid getting sufferings. ਗੁਰਦੇਵ ਜੀ ਪਾਵਨ ਬਚਨ ਹਨ, ਸੁਖੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ, ਸੁਖੇ ਕੋ ਦੁੱਖ ਅਗਲਾ ਮਨੁਖ ਬੂਝ ਨਾ ਹੋਏ। ਸੁਖ ਦੁੱਖ ਸਮ ਕਰ ਜਾਣੀਏ, ਸ਼ਬਦ ਭੇਦ ਸੁਖ ਹੋਏ, ਸੁਖੋਂ ਉੱਠੇ ਰੋਗ ਪਾਪ ਕਮਾਇਆ, ਹਰ ਕੋ ਸੋਗ ਵਿਜੋਗ ਉਪਾਏ ਖਪਾਇਆ। ਸੁਖ ਦੁੱਖ ਵਿੱਚ ਜੀਵ ਦੇ ਕਰਮ ਭੋਗ ਹਨ, ਸਾਧ ਕੀਤੇ ਦੁੱਖ ਪਰ ਫੁੜੇ, ਪੂਰਵ ਲਿਖੇ ਮਾਏ। ਸੁਖ ਥੋੜੇ ਦੁੱਖ ਅਗਲੇ, ਦੁਖੇ ਦੁੱਖ ਵਿਹਾਏ। ਇਸ ਸ਼ਲੋਕ ਨਾਲ ਗੁਰੂ ਸਾਹਿਬ ਜਗਾਸੀਆਂ ਦੇ ਮਨ ਨੂੰ ਧੀਰਜ ਦੇ ਰਹੇ ਹਨ ਕਿ ਹਰੀ ਨੂੰ ਜੋਗ 'ਚ ਪਾਉਂਦਾ ਹੈ, ਕੋਈ ਕੁਝ ਹੁੰਦਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। Guruji is really telling us in this sloka that we should not lose heart. Whatever pleases Vaheguru will happen, and we should accept His will as sweet. सुख दुख पूर्व जन्म के किए, जो सो जाने जिन दाते दिए, किसको दोष दे तू प्राणी, कहो अपना किया करारा है। जो कुछ करे सोई सुखमान, भूला काहे फिरे अजान। कौन वस्त आए तेरे संग, लपट रहो रस लोभी पतंग। राम नाम जप हृदय माहे, नानक पत सेती कर जाहे। Once again, he was singing his contribution to the Shabad. Now we go to Gurwani Explorer. यतन बहुत सुख के किए, दुख को कियो न कोय। कहो नानक सुन रे मना, हर पावे सो होए। यतन बहुत सुख के किए, दुख को कियो न कोय। A note from Shivdar scholars here. ਦੁੱਖ ਲਈ ਤਾਂ ਕਦੇ ਕੋਈ ਕੁਝ ਨਹੀਂ ਕਰਦਾ, ਪਰ ਜਿੰਨਾ ਗੱਲਾਂ ਕਰਕੇ ਦੁੱਖ ਪਹੁੰਚਦਾ ਹੈ ਉਹਨਾਂ ਦੇ ਰੋਕਣ ਦਾ ਪ੍ਰਬੰਧ ਕੋਈ ਨਹੀਂ ਕਰਦਾ। ਆਦਮੀ ਆਰਾਮ ਪ੍ਰਾਪਤ ਕਰਨ ਲਈ ਘਨੇਰੇ ਉਪਰਾਲੇ ਕਰਦਾ ਹੈ, ਪਰੰਤੂ ਪੀੜ ਹਰਨ ਲਈ ਕੋਈ ਵੀ ਨਹੀਂ ਕਰਦਾ। Man makes many efforts to obtain peace, however makes none to fight pain. ਸੁੱਖ ਕੇ ਸੰਸਾਰ ਸੁੱਖਾਂ ਦੀ ਪ੍ਰਾਪਤੀ ਤੇ ਕੋ ਦਾ ਦੁੱਖ ਕੋ ਦੁੱਖਾਂ ਦਾ। ਜੀ ਭਾਵੇਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਅਨੇਕਾਂ ਯਤਨ ਕਰਦਾ ਰਹਿੰਦਾ ਹੈ, ਦੁੱਖਾਂ ਵਾਸਤੇ ਯਤਨ ਨਹੀਂ ਕਰਦਾ, ਪਰ ਫਿਰ ਵੀ ਰਜ਼ਾ ਅਨੁਸਾਰ ਦੁੱਖ ਵੀ ਆ ਹੀ ਪੈਂਦੇ ਹਨ। ਸੁੱਖ ਵੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ। People make all sorts of efforts to find peace and pleasure, but no one tries to earn pain. ਕਹੋ ਨਾਨਕ ਸੁਨ ਰੇ ਮਨਾ, ਹਰ ਪਾਵੇ ਸੋ ਹੋਏ। ਗੁਰੂ ਜੀ ਆਖਦੇ ਹਨ, ਤੂੰ ਸੁਣ ਇਹ ਇਨਸਾਨ, ਜਿਹੜਾ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਕੇਵਲ ਉਹ ਹੀ ਹੁੰਦਾ ਹੈ। Said Nanak, O man, understand whatever pleases God, that alone happens. ਹਰ ਭਾਵੇ, ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਨਾਨਕ ਆਖਦਾ ਹੈ, ਹੇ ਮਨ, ਜੋ ਕੁਝ ਪਰਮਾਤਮਾ ਚੰਗਾ ਲੱਗਦਾ ਹੈ ਜ਼ਰੂਰ ਉਹ ਹੀ ਹੁੰਦਾ ਹੈ। Says Nanak, listen, mind, whatever pleases God comes to pass. I will go to Prince Gurmukh Singh Ji for his translation. यतन बहुत सुख के किए, दुख को कियो न कोय। कहो नानक सुन रे मना, हर भावे सो होय। Nanak, oh brother, you had planned for a better and more comfortable life, but you had not planned how to face misery.
Now it is too late. You would have to accept what he has in store for you. That was Prince Gurmukh Singh's translation. Please do read these translations for yourselves. Make a habit, make a routine. Half an hour, 50 minutes a day, hour. The more you read Gurbani meanings, the more the mind will start understanding the Guru's message and then hopefully start applying that to your lives. My sincere thanks to all the scholars whose works we've used in this video. My thanks to Gurbani Explorer app developers and the Sikh Books Club whose material we used in this video. Please forgive me for many mistakes I have made in this video. Puljuk di khima. Waheguru ji ka khalsa. Waheguru ji ki fateh. Waheguru